सतनाम करता पुरख निरभौ निर्वैर अकाल मूरत अजूनी सैभं गुर प्रसाद। तेरे कवन कवन गुण कह कह गावा, तू साहिब गुणी निधाना। तुमरी महिमा बरन न साको, तू ठाकुर ऊच भगवाना। सतनाम वाहेगुरु साहिब जियो। श्लोक महला पहला। चोरां जारां रंडियां कुटनियां दी बाण। चोरां जारां रंडियां कुटनियां दी बाण। वेदिना की दोस्ती वेदिना का खान। सिफती सार ना जाननी, सदा वसै शैतान। गधों चंदन खौलिए, पी साहू स्यों पान। नानक कूड़ै कत्तेऐ, कूड़ा तणियै तान। कूड़ा कपड़ कच्छिए, कूड़ा पहनन मान। महला पहला। बांगा बुरगू सिंगियां, नाले मिली कलाण। एक दाते एक मंगते, नाम तेरा परवान। नानक जिन्ही सुन कै मन्निया, हों तिन्हा विटों कुर्बान। पौड़ी माया मोह सब कूड़ है, कूड़ो होए गया। हों मैं झगड़ा पायोन, झगड़े जग मुया। गुरमुख झगड़ चुकायोन, इको रव रहया। सब आत्म राम पछाणिया, पहुजल तर गया। जोत समाणी जोत विच, हर नाम समाया। सब आत्म राम पछाणिया, पहुजल तर गया। जोत समाणी जोत विच, हर नाम समाया। वाहिगुरु जी का खालसा, वाहिगुरु जी की फतेह। जुग जुग अटल। तन तन गुरु ग्रंथ साहिब जी, गुरु पातशाह जी दी अपार बख्शिश। शाम समय ਅਸੀਂ ਸਤਸੰਗਤ ਦੇ ਇਹਨਾਂ ਪਲਾਂ ਨੂੰ ਮਾਣ ਰਹੇ ਹਾਂ। Due to COVID restrictions, from last few weeks we were almost in total lockdown. Today we got little bit ease in those restrictions. So from today we are able to
enjoy this congregation as we used to enjoy. ਸੋ ਇੱਕ ਨਵੀਂ ਸ਼ੁਰੂਆਤ ਹੋ ਰਹੀ ਹੈ। ਵਾਹਿਗੁਰੂ ਜੀ ਦੇ ਅਸੀਂ ਕੋਟਾਨ ਕੋਟ ਸ਼ੁਕਰਗੁਜ਼ਾਰ ਹਾਂ। ਜੀਵਨ ਦੇ ਇਸ ਚੱਲਦੇ ਪੰਧ ਵਿੱਚ ਉਤਰਾ ਚੜ੍ਹਾਅ ਲਗਾਤਾਰ ਚੱਲ ਰਹੇ ਨੇ ਇਸ ਕਰੋਨਾ ਨੋਬਲ ਵਾਇਰਸ ਕਰਕੇ, ਪਰ ਨਾਲ ਦੇ ਨਾਲ ਅਸੀਂ ਬਹੁਤ ਕੁਝ ਸਿੱਖ ਰਹੇ ਹਾਂ ਅਤੇ ਫਿਰ ਉਹਦੇ 'ਚੋਂ ਆਪਣੇ ਜੀਵਨ 'ਚ ਅਪਲਾਈ ਕਰ ਰਹੇ ਹਾਂ। ਇਸ ਨਵੀਂ ਸ਼ੁਰੂਆਤ ਦਾ ਮਾਲਕ ਦੇ ਚਰਨਾਂ 'ਚ ਧੰਨਵਾਦ ਹੈ। ਆਪ ਜ਼ਿਆਦਾਤਰ ਸਾਡੀ ਸੰਗਤ, ਵੱਡਾ ਹਿੱਸਾ ਆਈ ਸ਼ੁੱਡ ਸੇ ਗਲੋਬਲ ਕੰਗਰੀਗੇਸ਼ਨ, ਗਲੋਬਲ ਸੰਗਤ ਜਿਹੜੀ ਹੈ ਉਹ ਬਣਦੀ ਹੈ TV ਰਾਹੀਂ ਜਾਂ ਹੋਰ ਮੀਡੀਆ ਸੋਰਸਿਸ ਰਾਹੀਂ। ਉਹਨਾਂ ਨੂੰ ਵੀ ਜੀ ਆਇਆਂ ਨੂੰ। ਗੁਰਬਾਣੀ ਦੀ ਲੜੀਵਾਰ ਵਿਆਖਿਆ ਵਿੱਚ ਸੂਹੀ ਕੀ ਵਾਰ ਅਸੀਂ ਵਿਚਾਰ ਰਹੇ ਹਾਂ। ਆਪ ਜੀ ਨੇ ਚੱਲ ਰਹੇ ਪ੍ਰਵਾਹ ਵਿੱਚ 14 ਨੰਬਰ ਪੌੜੀ ਦੇ ਨਾਲ ਲੱਗਦੇ 2 ਸ਼ਲੋਕ ਸਰਵਨ ਕੀਤੇ ਨੇ। ਜਿਵੇਂ ਕਿ ਇੱਕ ਪੈਟਰਨ ਦੇ ਵਿੱਚ ਪੌੜੀਆਂ ਗੁਰੂ ਅਮਰਦਾਸ ਸਾਹਿਬ ਦੀਆਂ ਆ ਰਹੀਆਂ ਨੇ, ਸ਼ਲੋਕ ਗੁਰੂ ਨਾਨਕ ਸਾਹਿਬ ਦੇ ਪਹਿਲੇ ਜਾਮੇ ਦੇ ਨੇ। ਅੱਜ ਦਾ ਬਚਨ ਸ਼ਲੋਕ ਮਹੱਲਾ ਪਹਿਲਾ। ਚੋਰਾਂ ਜਾਰਾਂ ਰੰਡੀਆਂ ਕੁੱਟਣੀਆਂ ਦੀਵਾਨ, ਵੇ ਦੀਨਾ ਕੀ ਦੋਸਤੀ ਵੇ ਦੀਨਾ ਕਾ ਖਾਨ। ਇਹ ਮਹਾਰਾਜ ਬਚਨ ਦੇ ਰਹੇ ਨੇ। ਯੂਨੀਵਰਸਲ ਮੈਸੇਜ ਹੈ ਗੁਰੂ ਗ੍ਰੰਥ ਸਾਹਿਬ ਦਾ। ਹਰ ਕੋਈ ਇਹਦੇ ਵਿੱਚ ਇਨਕਲੂਡਡ ਆ, ਹਰ ਕਿਸੇ ਵਾਸਤੇ ਇਹਦੇ 'ਚ ਸਿੱਖਿਆ ਹੈ। ਇਹਦੇ ਆਖਰੀ ਅਰਥ ਮੈਂ ਕਰਕੇ ਫਿਰ ਇਹਦੇ ਥੋੜ੍ਹੇ ਬੈਕਗਰਾਊਂਡ ਤੋਂ ਬਾਅਦ ਪਾਵਾਂਗਾ, ਕਿਉਂਕਿ ਬਾਬਾ ਨਾਨਕ ਜੀ ਦੇ ਬੜੇ ਮੁਕਾਮੀ ਵਾਕ ਨੇ। ਚੋਰਾਂ, ਪੀਪਲ ਯੂ ਕੈਨ ਸੇ ਬਰਗਲਰਸ, ਥੀਫ, ਦੋਜ਼ ਕਾਈਂਡ ਆਫ ਪੀਪਲ ਜਿਹੜੇ ਕਈ ਵਾਰੀ ਜ਼ਾਹਰਾ ਤੌਰ 'ਤੇ ਇਹੋ ਜਿਹੇ ਕੰਮ ਕਰਦੇ ਨੇ, ਕਈ ਵਾਰੀ ਬੜੇ ਸਮਾਜਿਕ ਵਰਤਾਓ ਦੇ ਵਿੱਚ ਆਪਣੇ ਆਪ ਨੂੰ ਲੁਕੋ ਕੇ ਛੁਪੋ ਕੇ। ਇਹੋ ਜਿਹੀਆਂ ਸਟੋਰੀਜ਼ ਅਸੀਂ ਅਕਸਰ ਇਹਨਾਂ ਮੁਲਕਾਂ 'ਚ ਪੜ੍ਹਦੇ ਹਾਂ। ਕਾਰਪੋਰੇਟ ਵਰਲਡ ਦਾ ਅੱਜ ਦੇ ਵਿੱਚ ਬੜੇ ਐਸੇ ਨਾਮ ਲਏ ਜਾਂਦੇ ਨੇ ਜਿਨ੍ਹਾਂ ਨੇ ਪਿਛਲੇ 20 ਸਾਲਾਂ ਦੇ ਵਿੱਚ ਮਲਟੀ-ਮਿਲੀਅਨ ਡਾਲਰਸ ਦੀ ਪ੍ਰਾਪਰਟੀਜ਼ ਬਣਾਈਆਂ ਨੇ, ਸਭ ਕੁਝ, ਪਰ ਇੱਕ $0 ਦਾ ਟੈਕਸ ਪੇ ਕੀਤਾ ਹੈ। ਇਹੋ ਜਿਹੇ ਲੋਕ, ਇਹਨਾਂ ਨੂੰ ਕੀ ਕਵਾਂਗੇ? ਚੋਰ ਹੀ ਕਵਾਂਗੇ ਅਸੀਂ। ਜੋ ਉਹਨਾਂ ਦਾ ਬਣਦਾ ਕੰਟਰੀਬਿਊਸ਼ਨ ਹੈ ਉਹ ਨਹੀਂ ਕਰ ਰਹੇ, ਬਲਕਿ ਉਲਟਾ ਜੋ ਸਮਾਜਿਕ ਬਣਤਰ ਦੇ ਵਿੱਚ, ਪੋਲੀਟੀਕਲ ਸਟਰਕਚਰ ਦੇ ਵਿੱਚ ਨੀਡੀਜ਼ ਨੂੰ, people who really actually need, people who really wants those kind of perks, they are taking those perks from them, away from them, by using their own interest, by using their own actually kind of ਜਿਹੜਾ ਹੈਗਾ ਬੜੇ ਮੀਨ ਇੰਟਰਸਟ ਦੇ ਵਿੱਚ। ਸੋ ਚੋਰਾਂ ਜਾਰਾਂ, ਜਦੋਂ ਅਸੀਂ ਦੇਖਦੇ ਹਾਂ ਜਿਹੜਾ ਅਡਲਟਰੀ ਦਾ ਕੌਨਸੈਪਟ ਹੈਗਾ ਅੱਜ ਦੀ ਸੁਸਾਇਟੀ ਦੇ ਵਿੱਚ, ਜਿਹਦੀ ਇੱਕ ਸਿੰਪਲ ਫਰੈਂਡਸ ਵਿਦ ਬੈਨੀਫਿਟਸ ਤੋਂ ਲੈ ਕੇ ਤੇ ਫਿਰ ਅੱਗੇ ਬਹੁਤ ਸਾਰੀਆਂ ਲੇਅਰਸ ਬਣਦੀਆਂ ਨੇ। ਇਹ ਸਾਰੀ ਗੱਲ ਜਿਹੜੀ ਹੈ ਉਸੇ ਦਾਇਰੇ 'ਚ ਆ ਜਾਂਦੀ ਹੈ। ਰੰਡੀਆਂ, ਅਸੀਂ ਪ੍ਰੋਸਟੀਟਿਊਸ਼ਨਸ ਬਾਰੇ, ਪ੍ਰੋਸਟੀਟਿਊਟਸ ਬਾਰੇ ਬੜਾ ਕੁਝ ਜਾਣਦੇ ਹਾਂ ਸਮਾਜਿਕ ਬਣਤਰ ਦੇ ਵਿੱਚ। ਅਤੇ ਇਹਦੀ ਸਿਰਫ ਸਰਫੇਸ 'ਤੇ ਉਹਦੀ ਗੱਲ ਨਹੀਂ ਕਰਾਂਗੇ, ਅਤੇ ਡੀਪ ਲੈਵਲ 'ਤੇ ਜਿਹੜੀਆਂ ਬਾਤ ਨੇ ਉਹਦੇ ਬਾਬਤ ਬਾਤ ਕਰਾਂਗੇ। ਗੁਰੂ ਨਾਨਕ ਸਾਹਿਬ ਜਿੱਥੋਂ ਬਾਤ ਲਿਆ ਰਹੇ ਨੇ ਸਾਰੀ ਹੈ। ਕੁੱਟਣੀਆਂ, ਪਿੰਪਸ, ਜਿਹਨਾਂ ਨੂੰ ਅਸੀਂ ਪੰਜਾਬੀ ਭਾਸ਼ਾ ਦੇ ਵਿੱਚ ਦਲਾਲ ਕਹਿ ਦਿੰਦੇ ਹਾਂ। ਦੀਵਾਨ ਹੁੰਦਾ ਕਾਈਂਡ ਆਫ ਕੋਰਟ, ਅਸੀਂ ਇਹ ਕਹਿ ਦਿੰਦੇ ਹਾਂ, ਬਟ ਦੀਵਾਨ ਦਾ ਮਤਲਬ ਇਹ ਵੀ ਹੈ ਕਿ ਇੱਕ ਵੱਡਾ ਮਜ਼ਮਾ, ਮਤਲਬ 1 2 4 ਨਹੀਂ, ਇੱਕ ਵੱਡੀ ਗਿਣਤੀ ਇਸ ਕਿਸਮ ਦੀ ਹੈ, ਇਹਦੀ ਬਾਤ ਹੋ ਰਹੀ ਹੈ। ਵੇਦੀਨਾ 2 ਲਫ਼ਜ਼ਾਂ ਦੇ ਸੁਮੇਲ ਨਾਲ ਬਣਿਆ ਇੱਕ ਲਫ਼ਜ਼ ਹੈ। ਵੇ ਪ੍ਰੀਫਿਕਸ ਆ, ਦੀਨਾ ਦੀਨ, ਧਰਮ। ਬੇਦੀਨ, ਜਿਨ੍ਹਾਂ ਕੋਲ ਧਰਮ ਨਹੀਂ ਹੈਗਾ। ਪੀਪਲ who are lacking some sort of discipline, some sort of values, ਬੇਦੀਨ। ਸੋ ਉਹਨਾਂ ਦੀ ਬੇਦੀਨਾ ਕੀ ਦੋਸਤੀ, ਇਹੋ ਜਿਹੇ ਲੋਕਾਂ ਦੀਆਂ ਸਾਂਝਾਂ ਨੇ। ਬੇਦੀਨਾ ਕਾ ਖਾਨ, ਤੇ ਉਹਨਾਂ ਦਾ ਰਹਿਣ ਸਹਿਣ, ਜੀਵਨ ਅਮਲ, ਜਿਹੜੀ ਕੰਪਲੀਟ ਵੇ ਆਫ ਲਾਈਫ ਆ, ਉਹ ਵੀ ਉਸੇ ਬੇਦੀਨ ਆ। ਉਹ ਵੀ ਮਤਲਬ ਕਹਿ ਲਓ ਕਿ
लैक ऑफ स्पिरिचुअल वैल्यूज़ या लैक ऑफ ह्यूमन वैल्यूज़ डिसिपलिनरी जिहड़ी एक्ट आ उहदे तो आ रही है। सिफती सार न जान नहीं सदा वसै शैतान, इहदी गल अगे करांगे, पर इन दो दे अखरी अर्थ रूप विच आप दे सामने कीते ने। हुण दा बैकग्राउंड देखिए। गुरु नानक साहब जदों असीं देखदे हां कि एक ओंकार की बात करते हैं, मनुखता के कल्याण हित इस धरती के उत्ते मनुख की होनी नूं बड़े सुधार विच लिया के तो उसनूं जीवन दियां खुशियां चाह खेड़े मानण दा एक राह पद्धरा करदे। ते इहदे च बहुत सारियां रोकां ने जिहड़ियां मनुख दी जीवन दे विच गलत सिक्ख्यावां, गलत उपदेशां, गलत रोल मॉडल्स सैट होने दे नाल, गलत किस्म दियां आइडियल सैट होने दे नाल आ गए। यही गुरु साहब ने किया ना। गुरु साहब ने मनुख नूं कहा कि देख तेरे आइडियल्स नवें सिरे तो सैट करने की लोड़ है, तेनों टीचिंग्स सिक्ख्यावां दे सोर्सिस बदलण की लोड़ है। ये सब चीज़ां करके गुरु साहब ने मनुख का सुधार किया। हुण उहदे अंदर जिहदे वल सारा समाज वेखदा हैगा वो हैगा एलीट, ते एलीट वो रिप्रजेंट करता है सोसाइटी नूं या वो लीड करता है सोसाइटी नूं, इस तरह असीं कह लईए। जिवें जिवें समाज दे विच सरमाएदारी या उन्हां दी होम जिहड़ी उन्हां दी पावर आ वो वधदी है, पोजैशनस वधदियां ने, उन्हां च एक अमली रूप विच खामियां आउणियां शुरू हो जांदियां। ते ये हर सोसाइटी का हिस्सा आ। पंजाबी दा एक इडियम है, तेजों राज ते राजों नरक। बंदा तेज कमाउंदा है, तेज दे बदले च राज मिलदा उसनूं। जदों राज आउंदा है फिर नरक दा भागी हो जांदा। ते तुहानूं हर जगह ते मिल जाएगी ये चीज़, ये अलामत। ये समाज का वो हिस्सा जिहदे अंदर बंदे नूं जिवें जिवें मौका बनदा है ते वो चोरी करन वाले पासे वधी जांदा। आप एहसास करो, जिवें असीं देखते हाँ राजसी निज़ाम दे विच साडे प्रोफैसर बड़े कमाल दे, बड़े सिक्ख्यात्मक पक्ष तो बड़े हायर लैवल ते ने। सरदार हरपाल सिंह पन्नू, डॉक्टर हरपाल सिंह पन्नू एक जगह लिखते उन्होंने भगत फरीद जी दे एक उर्स ते बोलण वास्ते बुलाया गया। तो जदों वो गए बोलण वास्ते तो रस्ते च उन्होंने मित्र सीगे, वो भी बड़े तालीम धारी सीगे, बड़े एजुकेटेड सीगे, उन्होंने कोल ठहरे तो है भी बड़े धार्मिक बिरती के बंदे सीगे। तो कहते तुसीं बाबा फरीद जी दे उस सैमीनार दे प्रोग्राम दे विच कोई पेपर रीड करने वास्ते जा रहे हो, तुसीं पेपर पढ़ना उत्थे, कुछ सानू भी दसो, मैं जा नहीं पावांगा उत्थे। तो भगत फरीद जी दे पंसावली बारे दसन लगे कि वो राजे दे घर व्याहे सीगे, उन्हां दा चचेरा भरा राजा सीगा, इस किस्म दा। जो कहते 3-4 मैं इस तरीके के सेंटेंस बोले ना, तो कहते प्रोफैसर साहब बस करो। वो कहते की होया? कहने लगा गल ये है, जिन्होंने अज असीं हिस्टरी दे विच राजे या जिन्होंने असीं अज हिस्टरी दे विच बादशाह, जिन्होंने अज हिस्टरी दे विच असीं बहुत बड़े पोलिटिकली अहुदेदार मनने हाँ, जे तवारीख नूं सही तरह खोलिया जाएगा लटेरे सन सारे, लोगों ने लुट मार के खो खवा के इस तरीके नाले गद्दियां आसन ला के बैठे लोग सीगे। सो जे भगत फरीद सरीखी रूह की कुछ बात पाउणी है तो ना लटेरियां डाकुआं दियां मैनूं गल्लां ना सुणाओ ना, मैनूं तो उन्हां दी बंदगी की बात सुनाओ। जे सुनाउणी है तो उन्हां दी बाणी की बात सुना, मैं वो सुनांगा, मेरे लिए चीज़ां मायने नहीं रखदियां। वो कहते मेरा विजन बदलिया उस दिन। हाँ वाकया जी सिफतां किदियां कीतियां जाण, जिहड़ा बचन है ना, देखो सिफती सार ना जान नहीं। बंदा गुरु बाबा जी कहते दुनिया ना साला है जो मर वंज सी, लोका ना साला है जो मर खाक थी। पूरे का पूरा तवारीखी रंग वेखो चोरां दियां सिफतां नाल भरिया आ। समाज चोरां दियां सिफतां करता है। अज की दुनिया च देखा जाए, सॉरी टू से मैं कौन होना किसी को जज करने वाला, अज दुनिया दे विच अमीरी की जो गल की जाती है तो एमाजोन की गल आती है। वन ऑफ द
एक एडी वड्डी जिहड़ी कॉरपोरेट वर्ल्ड दे विच एक ऐसी फर्म जिहदे बारे शायद कोई एग्जाम्पल भी नहीं कर सकता। मैं कई बार CBC दे या होर मीडिया आउटलैट्स के प्रोग्राम्स या उन्होंने डॉक्यूमेंट्रीज या जो उन्होंने पॉडकास्ट वगैरह सुनता हाँ, तो बिल्कुल डाटा बेस्ड एक पॉडकास्ट प्रजेंट की एक अमेरिकन यूनिवर्सिटी प्रोफैसर ने। वो कहता हकीकत यह है कि मैं कुछ शहरों के खुल रहे वेयर हाउसिस के जोड़े सब उन्होंने बारे रिसर्च की तो पता ये लगा कि उस जगह के उत्ते इस कंपनी के थ्रू जिन्ने काउंसल मैंबर सीगे जिन्होंने असीं म्यूनसिपलिटी काउंसलर्स कहने या उत्थे काउंटीज़ कहते हैं, काउंटीज़ के मैंबर वो सारे ये द्वारा फंडिड ग्रुप्स विचों आ रहे सी। फिर उन्होंने बिठाया इस तरीके नाल गया कि वो सारे दे सारे इहो जिहियां पॉलिसीज़ बनाउणगे जिहदे नाल एडी वड्डी कारपोरेशन नूं वध तों वध बैनीफिट मिल सके। कहीं तुसीं हैरान होवोगे, ये कारपोरेशन ने कुछ शहरों का जिक्र करके ना लैके उन्हें कहा एक $0 लैंड ट्रांसफर टैक्स पे किया है, $0 इसने किसी तरीके का म्यूनसिपलिटी टैक्स पे किया है, $0 इसने किसी किस्म के नाल अपनी जेब विचों कोई उत्थे इन्वेस्टमेंट की है। सारी इन्वेस्टमेंट इनू कॉन्ट्रैक्ट बेस के उत्ते वड्डे बैंकों तो $0 जो है इंटरस्ट के उत्ते लैके दी गई है, बल्कि जमीन फ्री दी गई है, पर्स दिते गए ने, सारा कुछ। फिर क्या गया, ये वड्डी एडी वड्डी कंपनी थे इन्वेस्टमेंट कर रही है। भाई इन्वेस्टमेंट तो कुछ भी नहीं कर रही हो, तो सारा उतों के टैक्स पेयर का उतों के सारे कासे नूं, बल्कि नुकसान लोकल बिजनेस नूं कर रही है वड्डे लैवल ते। उन्हें की कहांगे असीं जे इन्हां दीयां कहानियां पढ़ांगे, ये सब चीज़ां करांगे तो फिर चित करेगा इहो जे बन जाइए डीप लैवल ते। तालीम माड़ी नहीं गई, सरमाया माड़ा नहीं गा, कोई भी चीज़ माड़ी नहीं गई, पर यह जिहड़ा चलन आ जिवें आपां सिक्खी कॉन्सैप्ट च देखते हैं, कई बार कहा जाता है, साडे कई बार सज्जन कह देंगे साडे पहले हुक्मरान सरदार बंदा सिंह बहादुर होए ने, पहले सिख बादशाह। जिहड़ा बादशाह का कॉन्सैप्ट आ ये सिक्खी विच है ही नहीं गा। महाराजा रणजीत सिंह उन्होंने महाराजा का खिताब जरूर असीं उस लैवल ते कहने, पर एक्चुअल लैवल ते जो सिख सदा च देखिए तो उन्होंने वड्डी सरकार कहा जाता सीगा। हन्ने हन्ने मीरीए खालसा भी सरकार है, तो खालसे ने अपने विचों एक नूं वड्डों दित्ती है, भाई तू सरकार चला लै। दैट्स द ओनली थिंग। अदरवाइज जिहड़ा लुट का मॉडल आ, जिस दे बेस के उत्ते लोगों को लुट के तो लोगों को अपने कंट्रोल में करके चलाना है सब कुछ। आज ही CBC उत्ते बड़ी लंबी चौड़ी रिपोर्ट सीगी स्टालिन बारे कि उसनूं दोबारा फिर हीरो के तौर पर प्रजेंट किया जा रहा है। उहदे बाबत कुछ मीडिया ने बयान किया भी किन्ना जुल्म किया। मॉस्को के आले दुआले जंगलों के विच पता नहीं किन्नियां कबरां जिहड़ियां ने वो उस समय बनिया ने जिस समय शायद कोई ये बारे रिपोर्ट नहीं की थी, बाद पता लगा भाई उत्थे लोग मार मार के दबे ने उन्होंने अपने कॉम्यूनिज्म के दौर के। ये चोरी का काम है, ये काम हेल्थी सोसाइटी नहीं बिल्ड करेगा। इस करके बदलते राज भाग बदलदियां गद्दियां लोगों की होनी होनी ना बदल सकियां। लोगों की होनी उदों बदली जदों लोगों के सोचण का नज़रिया बदलिया। जदों नवाबी की खिल्लत आउंदी है तो सिख सथां दे विच उस खिल्लत नूं कोई लैण लई तैयार नहीं हुंदा। वो कहंदे ना 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 इन्हां चोरां नाल जाके बैठांगे, नो वे। ये जिहड़ी चीज़ आ ये गुरु नानक साहब इस चीज़ नूं उभारदे ते दसदे। जो मैं बात कर रहा बाबा नानक जी की, तो फिर निज़ाम कोई भी होए, वो मुगलिया निज़ाम होए, मुगलिया निज़ाम तो पहला निज़ाम होए, मुगलों के बाद जो तो दरबारे खालसा की बात होए, उहदे च कुछ समा बड़ा वधिया चलता है। उस तो बाद जो असी देखते हैं महाराजा रणजीत सिंह के दरबारियों के आले दुआले मल्टीपल मैरिजेस आ जानियां, सब चीज़ां इस तरीके दी। ये उही राजाशाही का एक उहदा ये करस है,
ਉਹਦਾ ਇੱਕ ਸਰਾਪ ਆ, ਸੰਤਾਪ ਜਿਹੜਾ ਆ ਰਿਹਾ। ਫਿਰ ਥੋੜਾ ਅੱਗੇ ਦੌਰ ਵੱਧਦਾ ਤੇ ਜਿਹੜਾ ਹੈ ਈਸਟ ਇੰਡੀਆ ਕੰਪਨੀ ਆ ਜਾਂਦੀ ਹੈ, ਫਿਰ ਡਾਇਰੈਕਟਲੀ ਵਾਇਸਰਾਏ ਤੇ ਬ੍ਰਿਟਿਸ਼ ਰੂਲਰਸ ਆ ਜਾਂਦੇ ਨੇ ਉੱਥੇ, ਤੇ ਉਹ ਚੀਜ਼ਾਂ ਉਸੇ ਤਰੀਕੇ ਨਾਲ ਚੱਲਦੀਆਂ ਤੁਰੀਆਂ ਲੱਗੀ ਜਾਂਦੇ ਨੇ। ਫਿਰ ਪਾਵਰ ਟਰਾਂਸਫਰ ਹੋ ਜਾਂਦੀ ਹੈ, ਤੇ ਜਦੋਂ ਪਾਵਰ ਟਰਾਂਸਫਰ ਹੁੰਦੀ ਹੈ ਤਾਂ ਲੋਕ ਸੋਚਦੇ ਹਾਂ ਭਾਈ ਇਹ ਤੇ ਬੜਾ ਵਧੀਆ ਸਾਡੇ ਵਾਸਤੇ। ਤੇ ਉਹ 15 ਅਗਸਤ 1947 ਅਸਲ 'ਚ ਉਹ ਸਮਾਂ ਜਿਹੜਾ ਹੈਗਾ ਗਦਰ ਮੱਚਣ ਦਾ, ਗਦਰ ਮੱਚਿਆ, ਲੋਕ ਕਤਲੋ ਗਾਰਤ ਹੋਈ, ਸਭ ਚੀਜ਼ਾਂ ਹੋਈਆਂ। ਪਰ ਉਹ ਪਾਵਰ ਟਰਾਂਸਫਰ ਤੋਂ ਬਾਅਦ ਇੱਕ ਨਵਾਂ ਗਰੁੱਪ ਆ ਗਿਆ, ਐਲੀਟ ਆ ਗਿਆ, ਤੇ ਉਸ ਤੋਂ ਬਾਅਦ ਐਲੀਟ ਨੇ ਕਿਤਾਬਾਂ ਬਦਲਤੀਆਂ, ਸਮਾਜ ਨੂੰ ਉਹ 'ਚ ਕੁਛ ਪੜ੍ਹਾ ਦਿੱਤਾ ਗਿਆ ਕਿ ਜਿਹੜਾ ਸ਼ਾਇਦ ਸਮਾਜ ਨੂੰ ਕਿਸੇ ਤਰੀਕੇ ਨਾਲ ਆਮ ਹਾਲਤਾਂ ਵਿੱਚ ਕਦੀ ਗਵਾਰਾ ਵੀ ਨਾ ਹੋਏ। ਦੋ ਇਹੋ ਜਿਹੇ ਚਿਹਰੇ ਬਣਾ ਦਿੱਤੇ ਗਏ, ਇੱਕ ਫਾਦਰਹੁੱਡ ਆਫ ਦਾ ਨੇਸ਼ਨ ਬਣਾ ਦਿੱਤਾ ਗਿਆ ਇੱਕ ਤਰ੍ਹਾਂ ਦੇ ਨਾਲ, ਬਾਪੂ ਇੱਕ ਚਾਚਾ ਬਣ ਗਿਆ, ਉਹਨਾਂ ਦੀ ਕਿਤਾਬਾਂ ਲਿਖ ਦਿੱਤੀਆਂ ਗਈਆਂ। ਤੇ ਸਾਰੀ ਚੀਜ਼ ਤੱਕ ਐਸੀ ਹਾਲਤ, ਮੁੜ ਕੇ ਪਤਾ ਲੱਗਾ ਕਿ ਜਿਹੜਾ ਸਾਰੇ ਦਾ ਸਾਰਾ ਹਾਲਾਤ ਨੇ ਲੋਕਾਂ ਦੇ, ਉਹ ਤੇ ਬਦ ਤੋਂ ਬੱਤਰ ਹੋਈ ਤੁਰੇ ਲੱਗੇ ਜਾ ਰਹੇ ਨੇ। ਗੁਰੂ ਨਾਨਕ ਸਾਹਿਬ ਜਦੋਂ ਸਮੇਂ ਦੇ ਵਿੱਚ ਇਹ ਵੇਖਦੇ ਨੇ, ਸਭ ਵਿਟਨੈਸ ਕਰਦੇ ਨੇ, ਤੇ ਮਹਾਰਾਜ ਤਲਵੰਡੀ ਤੋਂ ਸੁਲਤਾਨਪੁਰ ਆਉਂਦੇ ਨੇ। ਸੁਲਤਾਨਪੁਰ ਉਹਨਾਂ ਦਿਨਾਂ ਦੇ ਵਿੱਚ ਪੰਜਾਬ ਦੀ ਕੈਪੀਟਲ ਸੀ। ਐਂਡ ਸੈਕਿੰਡ ਥਿੰਗ, ਸੁਲਤਾਨਪੁਰ ਦੇ ਵਿੱਚ ਜਿਹੜੇ ਮੋਸਟਲੀ ਐਲੀਟ ਸੀਗਾ, ਉਹਨਾਂ ਦੇ ਬੱਚੇ ਪੜ੍ਹਦੇ ਸੀ। ਸਾਰੇ ਨਵਾਬਾਂ ਦੇ ਜਿਹੜੇ ਸ਼ਹਿਜ਼ਾਦੇ ਸੀਗੇ ਉਹ ਸਾਰੇ ਆਲਮੋਸਟ ਉੱਥੇ ਪੜ੍ਹਦੇ ਸੀ। ਬਹੁਤ ਸਾਰੇ ਲੋਕਾਂ ਨੂੰ ਸ਼ਾਇਦ ਪਤਾ ਹੋਏ ਇਹਦੇ ਬਾਬਤ, ਜਿਹੜਾ ਸਲੀਮ ਸੀਗਾ ਜਿਹਨੂੰ ਜਹਾਂਗੀਰ ਦੇ ਰੂਪ ਵਿੱਚ ਯਾਦ ਕਰਦੇ ਹਾਂ, ਇਹਦੀ ਐਜੂਕੇਸ਼ਨ ਵੀ ਸੁਲਤਾਨਪੁਰ ਦੀ ਹੈ। ਈਵਨ ਔਰੰਗਜ਼ੇਬ ਦੀ ਐਜੂਕੇਸ਼ਨ ਵੀ ਸੁਲਤਾਨਪੁਰ ਦੀ ਹੈ। ਸੋ ਇੱਥੇ ਪੂਰਾ ਅਦਾਰਾ ਚੱਲਦਾ ਸੀ। ਗੁਰੂ ਬਾਬਾ ਜੀ ਉਸ ਐਲੀਟ ਦੇ ਨਾਲ, ਉਸ ਐਲੀਟ 'ਚੋਂ ਆ ਰਹੇ ਨਵੇਂ ਬਲੱਡ ਦੇ ਨਾਲ ਵਾਬਸਤਾ ਹੁੰਦੇ ਕਈ ਵਰਿਆਂ ਤੱਕ। ਤੇ ਉਹਨਾਂ ਨੂੰ ਅਹਿਸਾਸ ਕਰਾਉਂਦੇ ਐਡਮਿਨਿਸਟ੍ਰੇਟਿਵ ਲੈਵਲ 'ਤੇ ਜਾਂ ਜਿਹੜੇ ਤਬਦੀਲੀਆਂ ਲਿਆਉਣੀਆਂ, ਸਭ ਚੀਜ਼ਾਂ ਉਹ ਐਵੇਂ ਨਹੀਂ ਆਉਣਗੀਆਂ, ਉਹ ਸਾਡੇ ਜੀਵਨ ਦੇ ਕਿਰਦਾਰਾਂ ਨੂੰ ਬਦਲ ਕੇ ਆਉਣਗੀਆਂ। ਸੋ ਸਾਰੇ ਦੀ ਬਾਤ ਗੁਰੂ ਬਾਬਾ ਜੀ ਕਰਦੇ ਉਸ ਤਰੀਕੇ ਦੇ ਨਾਲ। ਹੁਣ ਜਿਹੜੀ ਗੱਲ ਗੁਰੂ ਮਹਾਰਾਜ ਜਿਹੜੇ ਬਚਨ 'ਚ ਕਹਿ ਰਹੇ ਨੇ, ਮੈਂ ਉਹਦੇ 'ਤੇ ਆਵਾਂ ਵਾਪਸ। ਸਮਾਜ ਦੇ ਇੱਕ ਵੱਡੇ ਰੰਗ ਨੂੰ ਮਹਾਰਾਜ ਵੇਖਦੇ ਤੇ ਵੇਖ ਕੇ ਕਹਿੰਦੇ, ਚੋਰਾਂ, ਜਾਰਾਂ, ਰੰਡੀਆਂ, ਕੁੱਟਣੀਆਂ ਦੀਵਾਨ। ਜਦੋਂ ਤੁਸੀਂ ਕਿਸੇ ਵੀ ਵੱਡੇ ਐਲੀਟ ਨੂੰ ਕੁਰੇਦੋਗੇ ਤੇ ਤੁਹਾਨੂੰ ਇਹ ਸਭ ਚੀਜ਼ਾਂ ਮਿਲ ਜਾਣਗੀਆਂ। ਇਹੋ ਜਿਹਾ ਵਰਤਾਓ ਮਿਲ ਜਾਏਗਾ ਜਿਹਦੇ ਵਿੱਚ these type of burglars, these type of ਜਾਰਾਂ, ਜਿਹੜੇ ਐਡਲਟਰੀ ਦੇ ਨਾਲ ਜਾਂ ਸਮਾਜ ਨੂੰ ਗਰਕ ਹੋਣ ਵਾਲੀ ਜਿਹੜੀ ਉਹ ਰਵਾਇਤ ਵਿੱਚੋਂ ਆ ਰਹੇ ਹੋਣਗੇ ਲੋਕ, ਰੰਡੀਆਂ, ਉਸ ਕਿਸਮ ਦੇ ਹਾਲਾਤਾਂ ਦੇ ਵਿੱਚ, ਪ੍ਰੋਸਟੀਟਿਊਸ਼ਨ, ਸਭ ਚੀਜ਼ਾਂ, ਕੁੱਟਣੀਆਂ, ਉਹੋ ਜਿਹੀ ਪਿੰਪ ਸਾਈਡ ਦੀ ਬ੍ਰੋਕਰੇਜ ਕਰਨ ਵਾਲੇ ਲੋਕ, ਇਹਨਾਂ ਦੇ ਦੀਵਾਨ ਲੱਗਣਗੇ। ਸਭ ਚੀਜ਼ਾਂ ਹੋਣਗੀਆਂ ਉੱਥੇ, ਮੌਜੂਦ ਹੋਣਗੀਆਂ ਇਸ ਤਰੀਕੇ ਦੇ ਨਾਲ। ਬੇਦੀਨਾ ਕੀ ਦੋਸਤੀ, ਇਹ ਸਾਰਾ ਬੇਦੀਨੀ ਦਾ ਕੰਮ ਹੈ, ਇਹ ਅਧਰਮ ਦਾ ਕੰਮ ਹੈ। ਤੇ ਅਧਰਮੀ ਕੰਮ ਕਦੀ ਵੀ ਨਾ ਮਨੁੱਖ ਦਾ ਨਿੱਜੀ ਤੌਰ 'ਤੇ ਨਾ ਸਮਾਜ ਦਾ ਪੂਰਨ ਰੂਪ ਦੇ ਵਿੱਚ ਭਲਾ ਕਰ ਸਕਦਾ ਹੈ। ਜਿਸ ਚੀਜ਼ ਨੇ ਭਲਾ ਕਰਨਾ ਉਹ ਧਰਮ ਹੈ। ਘਰਾਂ ਦੇ ਵਿੱਚ ਧਰਮ ਸਥਾਪਿਤ ਹੋਏਗਾ। ਘਰ ਦਾ ਧਰਮ ਵਫਾ ਹੈ, ਜਿਹਨੂੰ ਅਸੀਂ ਲਾਇਲਟੀ ਕਹਿੰਦੇ ਹਾਂ। ਘਰ ਦਾ ਧਰਮ ਸੁਚਮਤਾ ਹੈ, ਜਿਹਨੂੰ ਅਸੀਂ ਕਲਿੰਜਿੰਗ ਕਹਿੰਦੇ ਹਾਂ। ਘਰ ਦਾ ਧਰਮ ਰਿਸਪੈਕਟ ਹੈ, ਇੱਜ਼ਤ ਆ, ਇੱਕ ਦੂਜੇ ਦੀ ਇੱਜ਼ਤ, ਆਬਰੂ ਦੇ ਪੈਰੋਕਾਰ ਬਣਨਾ, ਉਸ ਰੂਪ ਦੇ ਵਿੱਚ ਆ। ਇਸੇ ਕਰਕੇ ਜਿਹੜੇ ਲਫ਼ਜ਼ ਵੀ ਯੂਜ਼ ਕੀਤੇ ਜਾਂਦੇ ਭਾਸ਼ਾਈ ਪੱਖ, ਤੁਸੀਂ ਆਪਣੇ ਰੂਪ ਵਿੱਚ ਦੇਖੀਏ, ਪਤੀ ਪਤਨੀ। ਪਤ ਦਾ ਮਤਲਬ ਇੱਜ਼ਤ ਹੈ, ਸਤਿਕਾਰ ਹੈ, ਅਦਬ ਆ, ਅਦਬ ਆਦਾਬ ਆ। ਸੋ ਇਹਨਾਂ ਚੀਜ਼ਾਂ ਨਾਲ ਸਮਾਜ ਅੱਗੇ ਵੱਧਦਾ। ਜਿੱਥੇ ਇਹ ਚੀਜ਼ਾਂ ਟੁੱਟਦੀਆਂ ਨੇ, ਉਖੜਦੀਆਂ ਨੇ, ਆਪ ਸਮਾਜਾਂ ਦੀ ਹਾਲਤ ਦੇਖੋ। ਜਿੱਥੇ ਇੱਕ ਦੂਜੇ ਨੂੰ ਆਵਾਜ਼ ਦੇਣ ਲੱਗਿਆਂ, ਜਿਹਨੂੰ ਅਸੀਂ ਗਾਲੀ ਗਲੋਚ ਕਰਨਾ ਕਹਿੰਦੇ ਹਾਂ ਨਾ, ਮਤਲਬ ਲੋਅਰ ਲੈਵਲ ਦੀ ਲੈਂਗੁਏਜ ਯੂਜ਼ ਕਰਨੀ, ਤੇ ਆਪ ਦੇਖੋਗੇ ਆਮ ਘਰ ਦੇ ਵਿੱਚ, ਆਰਡੀਨਰੀ ਘਰ ਦੀ ਗੱਲ ਕਰਾਂ ਮੈਂ, ਉਹਦੇ ਵਿੱਚ ਜਦੋਂ ਇੱਕ ਦੂਜੇ ਨੂੰ ਆਵਾਜ਼ ਦਿੱਤੀ ਜਾਏ ਤੇ ਆਵਾਜ਼ ਦੇਣ ਲੱਗਿਆਂ ਇਸ ਕਿਸਮ ਦੇ ਐਡਜੈਕਟਿਵਸ ਯੂਜ਼ ਕੀਤੇ ਜਾਣ ਕਿ ਉਸ ਨੂੰ ਲੋਅਰ ਲੈਵਲ ਤੇ ਲਿਆਂਦਾ ਜਾਏ, ਹਿਊਮਨ ਲੈਵਲ ਤੋਂ। ਬੱਚਿਆਂ ਦੇ ਸਾਹਮਣੇ, ਪਰਿਵਾਰ ਦੇ ਦੂਜੇ ਮੈਂਬਰਸ ਦੇ ਸਾਹਮਣੇ ਹੋਏਗਾ ਕਿ ਉਸ ਪਰਿਵਾਰ ਦੇ ਵਿੱਚ ਕਦੀ ਵੀ ਖੁਸ਼ੀ, ਸੁੱਖ, ਸਕੂਨ, ਇਹ ਚੀਜ਼ਾਂ ਨਹੀਂ ਰਹਿ ਸਕਣਗੀਆਂ। ਕਿਉਂਕਿ ਇਹ ਚੀਜ਼ਾਂ ਜਿੰਨਾ ਰੂਟਸ ਤੇ ਖੜਨੀਆਂ ਨੇ, ਉਹ ਰੂਟਸ ਟੁੱਟ ਰਹੇ ਨੇ।
ਇਹ ਰੂਟਸ ਨੇ ਧਰਮ ਦੇ। ਦੀਨ ਇਹ ਕਹਿੰਦਾ ਹੈ ਇੱਜ਼ਤ ਦਾ ਰੂਪ ਬੰਦੇ 'ਚ ਹੋਣਾ ਚਾਹੀਦਾ ਹੈ, ਇੱਕ ਦੂਜੇ ਨੂੰ ਮਾਣ ਮਨੋਵਰ ਦੇਣਾ, ਸਤਿਕਾਰ ਦੇਣਾ, ਅਦਬ ਦੇਣਾ, ਸਨੇਹ ਦੇਣਾ। ਪਰ ਜਿੱਥੇ ਹੋਏਗਾ ਨਹੀਂ ਉਹ ਰੁਤਬਾ, ਉੱਥੇ ਇੱਜ਼ਤ ਕਿਵੇਂ ਦੇ ਸਕੋਗੇ ਤੁਸੀਂ? ਜਿੱਥੇ ਉਹ ਲੈਵਲ ਹੀ ਨਹੀਂ ਹੈਗਾ ਉੱਥੇ ਮਾਣ ਵੀ ਨਹੀਂ ਦੇ ਸਕੋਗੇ ਤੁਸੀਂ। ਫਿਰ ਡੀਪ ਲੈਵਲ ਤੇ ਗੱਲ ਇਹ ਵੀ ਹੈ, ਮਾਣ ਕਮਾਉਣਾ ਪੈਂਦਾ ਆ, ਮਾਣ ਲੈਣਾ ਪੈਂਦਾ ਆ। ਆਪ ਇਸ ਤਰ੍ਹਾਂ ਜਾਣੋ, ਮੈਂ ਇੱਕ ਸਿੰਪਲ ਐਗਜ਼ਾਮਪਲ ਕਰ ਦਿੰਦਾ ਕਾਉਂਸਲਿੰਗ ਸਾਈਡ ਤੋਂ। ਵਰਿਆਂ ਦੇ ਵਰੇ ਹੋ ਗਏ ਹੁਣ, ਤੇ ਵਿਚਰਦਿਆਂ ਹੋਇਆਂ ਸਮਾਜ ਦੇ ਵਿੱਚ ਬੱਚਿਆਂ ਦੇ 'ਚ ਇੱਕ ਫੇਸਿਸ ਹੁੰਦੇ ਨੇ, ਲਾਈਫ ਦੇ ਇੱਕ ਫੇਸ ਆਉਂਦਾ ਜਿੱਥੇ ਬੱਚੇ ਕਈ ਵਾਰੀ ਪਰਿਵਾਰ ਤੋਂ ਰਿਬੈਲੀਅਸ ਹੁੰਦੇ ਨੇ, ਬਾਗੀ ਹੁੰਦੇ ਨੇ। ਜਦੋਂ ਬਾਗੀ ਹੁੰਦੇ ਨੇ, ਤੇ ਬਾਗੀ ਹੋਣ ਵਾਸਤੇ ਅਲਟੀਮੇਟਲੀ ਬਾਗੀ ਐਵੇਂ ਤੇ ਨਾ ਹੋਇਆ ਜਾ ਸਕਦਾ। ਜਿਸ ਤੋਂ ਬਾਗੀ ਹੋਣ ਲੱਗਿਆ ਅਥਾਰਟੀ ਹੈ, ਤੇ ਅਥਾਰਟੀ ਤੋਂ ਬਾਗੀ ਤਾਂ ਹੀ ਹੋਵਾਂਗੇ ਜੇ ਅਥਾਰਟੀ ਤੇ ਕੋਈ ਤੋਹਮਤ ਲਾਵਾਂਗੇ। ਤੇ ਇਹ ਤਾਂ ਨਹੀਂ ਕਹਿ ਸਕਦੇ ਅਥਾਰਟੀਜ਼ ਆਰ ਰੀਅਲੀ ਗੁੱਡ, ਬਟ ਯੂ ਨੋ I don't want to actually get along with them. How come? If authorities are good, then we should not have any issues with them. Authorities ne parents. ਹੁਣ parents ਦੇ ਬਾਹਰ ਵੀ ਇਹ ਤਾਂ ਨਹੀਂ ਕਿਹਾ ਜਾ ਸਕਦਾ parents are so good but I cannot listen them. ਉਹਨੂੰ ਪਹਿਲਾਂ ਤਾਂ ਇਹ ਕਹਿਣਾ ਪਏਗਾ ਵੀ they are so bad, they don't know anything, or they are actually full with weaknesses and they are you can say very judgmental, mean, ਜਿਹੜੇ ਵਰਡ ਆਮ ਕਰਕੇ ਯੂਜ਼ ਕੀਤੇ ਜਾਂਦੇ ਨੇ। ਅਤੇ ਕਈ ਵਾਰੀ ਡੀਪ ਲੈਵਲ 'ਤੇ ਬੱਚਿਆਂ ਨਾਲ ਮੈਂ ਗੱਲਬਾਤ ਕਰਦਾ, ਅਤੇ ਮੈਂ ਫਿਰ ਮੈਂ ਉਹਨੂੰ ਪੁੱਛਦਾ, ਅੱਛਾ ਵਟ ਕਾਈਂਡ ਆਫ ਇਸ਼ੂਜ਼ ਆਰ ਦੇ ਐਕਚੁਅਲੀ ਸ਼ੋਇੰਗ ਯੂ, ਕੈਨ ਯੂ ਗਿਵ ਮੀ ਸਮ ਐਗਜ਼ਾਮਪਲਸ ਕਿਵੇਂ ਦੇਣਗੇ? ਪਤਾ ਲੱਗੇਗਾ ਜਦੋਂ ਗੱਲਬਾਤ ਕਰਨਗੇ। ਦੇ ਆਰ ਕੇਅਰਿੰਗ, ਦੇ ਆਰ ਵੈਰੀ ਓਨੈਸਟ, ਦੇ ਡੈਡੀਕੇਟਿਡ ਦੇਅਰ ਲਾਈਵਸ ਟੂ ਅਸ। ਅੱਛਾ, ਇਹੋ ਜਿਹੀਆਂ ਚੀਜ਼ਾਂ ਸਾਰੀਆਂ ਹੋ ਗਈਆਂ। ਜਦੋਂ ਇਹ ਸਾਰੀਆਂ ਚੀਜ਼ਾਂ ਇਸ ਤਰ੍ਹਾਂ ਹੈਗੀਆਂ ਨੇ, ਇਹ ਸਾਰੀਆਂ ਜਦ ਰਿਸਪੈਕਟ ਮੰਗਦੀਆਂ ਨੇ, ਅਸੀਂ ਉਹਨੂੰ ਡਿਸਰਿਸਪੈਕਟ ਕਰਨ ਦੀ ਟਰਾਈ ਕਰ ਰਹੇ ਹਾਂ, ਮਾਮਲਾ ਫਿੱਟ ਨਹੀਂ ਬੈਠ ਰਿਹਾ। ਤੇ ਕਈ ਵਾਰ ਉਹ ਸੈਲਫ ਰਿਅਲਾਈਜੇਸ਼ਨ ਕਰ ਜਾਂਦੇ ਨੇ ਵੀ ਨੋ ਦੈਟਸ ਟਰੂ, ਇਹੋ ਜਿਹੀ ਕੋਈ ਪ੍ਰੋਬਲਮ ਤੇ ਨਹੀਂ ਹੈਗੀ, ਪ੍ਰੋਬਲਮ ਤਾਂ ਮੇਰੀ ਹੈ, ਮੇਰੇ ਬਿਹੇਵੀਅਰ ਦੀ। ਮੈਂ ਕੁਛ ਜਿਹੜਾ ਆ ਆਪਣੇ ਮਨ ਦੇ ਮੁਤਾਬਕ ਚੱਲਣਾ ਚਾਹੁੰਦਾ ਸਭ ਕੁਝ, ਐਂਡ ਦੇ ਆਰ ਟਰਾਈਂਗ ਟੂ ਸੇਵ ਮੀ। ਫਿਰ ਕਈ ਵਾਰੀ ਇੱਕ ਦੋ ਵਰਡ ਇਹ ਆ ਜਾਂਦੇ ਨੇ, ਓਵਰ ਪ੍ਰੋਟੈਕਟਿਡ। ਹਾਂ, ਇਹ ਵਰਡ ਐਕਸੈਪਟੇਬਲ ਵੀ ਕਿਉਂਕਿ ਉਹ ਪ੍ਰੋਟੈਕਸ਼ਨ ਤੇ ਦੇ ਰਹੇ ਨੇ, ਬਟ ਦੇ ਆਰ ਟਰਾਈਂਗ ਟੂ ਮਚ। ਵੀ ਕੈਨ ਟਾਕ ਅਬਾਊਟ ਇਟ, ਵੀ ਕੈਨ ਮੇਕ ਐਕਚੁਅਲੀ some sort of plan, some kind of programs where both parties can get agree. ਇਹ ਤਾਂ ਗੱਲ ਹੋ ਸਕਦੀ ਹੈ, ਪਰ ਇਹ ਨਹੀਂ ਨਾ ਕਹਿ ਸਕਦੇ ਕਿ ਉਹ ਬਿਲਕੁਲ ਜਿਹੜਾ ਹੈ। ਲਿਟਰਲੀ ਤੌਰ ਤੇ ਕਈ ਵਾਰੀ ਇਹ ਬਾਤ ਹੋਈ ਵੀ ਹੈ। ਮੇਰੇ ਕੋਲ ਇੱਕ ਬੱਚਾ ਸੀਗਾ, ਤੇ ਮੈਂ ਉਹ ਬਹੁਤ ਮਤਲਬ ਖਿਜਿਆ ਹੋਇਆ, ਬੜਾ ਕਹਿ ਲਓ ਕਿ ਬੜਾ ਇਰੀਟੇਟ ਹੋਇਆ ਤੇ ਅਗਰੈਸਿਵ ਤੇ ਉਸ ਤਰੀਕੇ ਨਾਲ। ਤੇ ਮੈਂ ਕਿਹਾ ਮੈਂ ਤੇਰੇ ਨਾਲ 100% ਸਹਿਮਤ ਹਾਂ। Your father is not a good person at all. I think ਤੇਰੇ ਫਾਦਰ ਨੂੰ ਤੇ ਸੁਸਾਇਟੀ ਦੇ ਵਿੱਚ ਨਾ ਬਿਲਕੁਲ ਕਿਸੇ ਨੂੰ ਬੁਲਾਉਣਾ ਵੀ ਨਹੀਂ ਚਾਹੀਦਾ। ਉਹ ਕਹਿੰਦੇ no I'm not saying like that. ਮੈਂ how can you say? You know, he is very you can say non-sensitive person. He is totally kind of he doesn't have any wisdom. ਇਹੋ ਜਿਹੀਆਂ ਗੱਲਾਂ ਕੀਤੀਆਂ। ਕਹਿੰਦੇ no he is very wise, he is very smart. ਹੁਣ ਉਹ ਸਾਰੇ ਗੁਣ ਗਣਾਉਣ ਲੱਗ ਗਿਆ ਮੈਨੂੰ, ਜਿਹੜੀਆਂ ਗੱਲਾਂ ਮੈਂ ਕਰਨੀਆਂ ਸੀ ਉਹ ਕਰ ਰਹੇ ਹਨ ਮੈਨੂੰ। ਤਾਂ ਮੈਂ ਜੋ ਸਾਰੀਆਂ ਗੱਲਾਂ ਸੁਣਨ ਤੋਂ ਬਾਅਦ ਮੈਂ ਕਿਹਾ ਅੱਛਾ, ਤੇ ਜੇ ਉਹ ਸਭ ਕੁਛ ਹੈ ਤੇ ਫਿਰ ਐਕਚੁਅਲੀ ਡੋਂਟ ਯੂ ਥਿੰਕ ਹੀ ਡਿਜ਼ਰਵਸ ਲਿਟਲ ਬਿਟ ਰਿਸਪੈਕਟ? ਕਹਿੰਦੇ ਡੈਫੀਨੇਟਲੀ। ਤੇ ਮੈਂ ਕਿਹਾ ਫਿਰ ਤੂੰ, ਉਹ ਸ਼ਿਕਾਇਤ ਉਹਦੀ ਇਹ ਹੈ ਵੀ ਤੂੰ ਉਹਦੇ ਨਾਲ ਲੜਦਾ ਬੜਾ, ਤੂੰ ਡਿਸਰਿਸਪੈਕਟ ਬਹੁਤ ਕਰਦਾ। ਫਿਰ ਉਹ ਗੱਲ ਤੇ ਐਗਰੀ ਕਰਨ ਲੱਗ ਗਿਆ। ਇਹ ਰੂਪ ਆ। ਪਰ ਜਿੱਥੇ ਇਹ ਗੁਣ ਚਲੇ ਗਏ, ਜਿੱਥੇ ਇਹ ਕੁਆਲਿਟੀ ਚਲੀ ਗਈ ਭਾਈ, ਉਹ ਤੇ ਫਿਰ ਬੇਦੀਨ ਹੋ ਗਿਆ। ਤੇ ਬੇਦੀਨ ਨੂੰ ਤੇ ਕੋਈ ਮਾਣ ਨਹੀਂਗਾ। ਬੇਦੀਨ ਜਿੰਨਾ ਮਰਜੀ ਅਮੀਰ ਹੋਏ, ਬੇਦੀਨ ਜਿਸ ਮਰਜੀ ਲੈਵਲ ਤੇ ਆ ਜਾਏ। ਮੈਂ ਖੁਦ ਸਟੇਜ ਦੇ ਉੱਤੇ ਕਈ ਵਾਰੀ ਬਿਲ ਗੇਟਸ ਦੀਆਂ ਗੱਲਾਂ ਕਰਦਾ ਹੁੰਦਾ ਸੀ, ਮਾਈਕਰੋਸਾਫਟ ਬਾਰੇ। ਤੇ ਅਲਟੀਮੇਟਲੀ ਫੈਮਿਲੀ ਲਾਈਫ ਰਿਫਲੈਕਟਸ ਐਵਰੀਥਿੰਗ। ਬੰਦਾ ਬਾਣੀ ਦਾ ਬਚਨ ਪੜ੍ਹਦੇ, ਬਾਣੀ ਕਹਿੰਦੀ ਅਨਕ ਪਰਦੇ ਮੈਂ ਕਰੈ ਵਿਕਾਰ, ਖਿਨ ਮੈਂ ਪ੍ਰਗਟ ਕਰੈ ਸੰਸਾਰ। ਤੁਸੀਂ ਸਾਰੀ ਦੁਨੀਆ ਤੋਂ ਲੁਕੋ ਲੋਗੇ,
ਕਿੰਨਾ ਕੁ ਲਕੋਲੋਗੇ? ਅਲਟੀਮੇਟਲੀ ਕਰਤਾਰ ਜਿਹਨੇ ਸਭ ਕੁਝ ਨੂੰ ਬਣਾਇਆ ਹੈ, ਸੰਸਾਰ ਚਲਾ ਰਿਹਾ, ਉਹਦੇ ਹੁਕਮ ਵਿੱਚ ਕੋਈ ਚੀਜ਼ ਨਹੀਂ ਲੁਕੇਗੀ। ਇਹਨੂੰ ਇਸ ਤਰ੍ਹਾਂ ਵੀ ਬਿਆਨ ਕੀਤਾ ਗਿਆ ਕਿ ਬੀਜ ਆ, ਤੁਸੀਂ ਸਰਫੇਸ 'ਤੇ ਰੱਖੋ, ਦਿਸੇਗਾ। ਤੁਸੀਂ ਸਰਫੇਸ ਤੋਂ ਲੁਕੋ ਦੇਵੋ, ਹੱਥਾਂ ਦੇ ਵਿੱਚ ਕਿਸੇ ਪੋਕਟ ਵਿੱਚ ਪਾ ਕੇ, ਨਹੀਂ ਦਿਸੇਗਾ। ਪਰ ਜੇ ਤੁਸੀਂ ਹੋਰ ਸਮਾਰਟ ਹੋਵੋ ਤੇ ਕਹੋ ਕਿ ਹੋ ਸਕਦਾ ਕੋਈ ਮੇਰਾ ਹੱਥ ਖੋਲ ਕੇ ਵੇਖ ਲਵੇ, ਹੋ ਸਕਦਾ ਕੋਈ ਮੇਰੀ ਜੇਬ ਫੋੜ ਕੇ, ਆਪਾਂ ਇੱਕ ਕੰਮ ਕਰਦੇ ਹਾਂ, ਆਪਾਂ ਇਹਨੂੰ ਮਿੱਟੀ 'ਚ ਦੱਬ ਦਿੰਦੇ ਹਾਂ ਤੇ ਹੁਣ ਤੇ ਕੋਈ ਵੀ ਨਹੀਂ ਵੇਖ ਸਕੇਗਾ। ਹਕੀਕਤ ਇਹ ਹੈ, ਜਦੋਂ ਮਿੱਟੀ 'ਚ ਬੀਜ ਦੇਗਾ ਫਿਰ ਸਾਰਾ ਸੰਸਾਰ ਵੇਖੇਗਾ, ਪਰ ਕੱਲਾ ਉਹ ਨਹੀਂ ਵੇਖੇਗਾ। ਫਿਰ ਪੂਰਾ ਬਿਰਖ ਹੋਏਗਾ, ਫਿਰ ਉਹਦੀਆਂ ਸ਼ਾਖਾਵਾਂ ਫੁੱਟਣਗੀਆਂ। ਕਿਉਂ? ਕਿਉਂਕਿ ਮਿੱਟੀ ਉਹ ਤੇ ਉਹਨੂੰ ਫਿਰ ਪੂਰਾ, ਇਹੀ ਚੀਜ਼ ਆ ਜੋ ਅਸੀਂ ਅਮਾਲ ਕਰਦੇ ਹਾਂ, ਅਲਟੀਮੇਟਲੀ ਉਗਦੇ ਨੇ, ਉੱਗ ਕੇ ਫਿਰ ਉਹਨੂੰ ਫੁੱਲ ਵੀ ਲੱਗਦੇ ਨੇ, ਫਿਰ ਫਲ ਵੀ ਲੱਗਦੇ ਨੇ, ਫਿਰ ਸਭ ਚੀਜ਼ਾਂ ਲੱਗਦੀਆਂ ਉਸ ਰੂਪ ਦੇ ਵਿੱਚ। ਜੇ ਹੁਕਮਰਾਨਾਂ ਨੇ, ਜੇ ਐਲੀਟ ਨੇ, ਜੇ ਸਮਾਜ ਦੇ ਵਿੱਚ ਜਿਨ੍ਹਾਂ ਦੇ ਕੋਲ ਅਫੋਰਡੇਬਿਲਿਟੀ ਆ ਗਈ ਜਾਂ ਜਿਨ੍ਹਾਂ ਦੇ ਕੋਲ ਸਰਮਾਇਆ ਆ ਗਿਆ, ਉਹਨਾਂ ਨੇ ਆਹ ਕਰਮ ਕੀਤੇ, ਚੋਰਾਂ ਜਾਰਾਂ ਰੰਡੀਆਂ ਕੁੱਟਣੀਆਂ ਦੀਵਾਨ, ਬੇਦੀਨਾ ਕੀ ਦੋਸਤੀ ਬੇਦੀਨਾ ਕਾ ਖਾਣ। ਇਹ ਥੋੜਾ ਜਿਹਾ ਕਿ ਚੀਜ਼ਾਂ ਲੁਕੀਆਂ ਰਹਿ ਜਾਣਗੀਆਂ, ਪਤਾ ਲੱਗ ਜਾਏਗਾ ਬੇਦੀਨੇ ਲੋਕ ਨੇ। ਗੁਰੂ ਨਾਨਕ ਸਾਹਿਬ ਇਹਦੀ ਸਿੱਖਿਆ ਦਿੰਦੇ, ਦੱਸਦੇ ਬੰਦੇ ਐਂਡ ਆਫ ਦਾ ਡੇ ਧਰਮ ਹੀ ਤੇਰਾ ਸਰਮਾਇਆ ਹੈ। ਅੱਗੇ ਜਬ ਬਚਨ 'ਚ ਆ ਜਾਓ, ਸਿਫਤੀ ਸਾਰ ਨਾ ਜਾਣਨੇ, ਸਿਫਤਾਂ ਤੇ ਅਸੀਂ ਸਾਰੇ ਹੀ ਕਰਦੇ ਹਾਂ ਜੀ। ਦਿਨ ਚੜ੍ਹਦਾ ਤੇ ਸਿਫਤਾਂ ਅਸੀਂ ਨਾਲ ਜੁੜ ਜਾਂਦੇ ਹਾਂ। ਸਿਫਤਾਂ ਕਾਹਦੀਆਂ ਨੇ? ਜਿਵੇਂ ਰੀਸੈਂਟਲੀ ਵੈਨਕੂਵਰ ਸਾਈਡ ਗੈਂਗਵਾਰ ਦਾ ਬੜਾ ਜਿਹੜਾ ਹੈਗਾ ਤਾਂਡਵ ਦੇਖਿਆ ਤੁਸੀਂ। ਡੇਢ ਹਫ਼ਤਾ ਪਹਿਲਾਂ ਬੜੀਆਂ ਏਅਰਪੋਰਟ 'ਤੇ ਵੀ ਗੋਲੀ ਚੱਲ ਗਈ, ਸਰੀ ਪਲਾਜ਼ੇ ਦੇ ਵਿੱਚ ਵੀ ਸ਼ਰੇਆਮ ਗੋਲੀ ਚਲਾ ਦਿੱਤੀ ਗਈ, ਬੜਾ ਇੱਕਦਮ ਖੂਨੋ ਗਾਰਤ ਹੋ ਗਈ। ਸੋ ਸਮਾਂ ਹੋਇਆ, ਉਸ ਸਮੇਂ ਦੇ ਵਿੱਚ ਬਹੁਤ ਸਾਰਾ ਮੀਡੀਆ ਦੇ ਵਿੱਚ ਵੀ ਚਰਚਾ ਹੋਈ, ਅਕਸਰ ਹੁੰਦੀ ਰਹਿੰਦੀ ਪਰ ਉਹਨਾਂ ਦਿਨ ਜ਼ਿਆਦਾ ਹੋਈ। ਅਤੇ ਉਦੋਂ ਗੱਲਬਾਤ ਆਈ ਕਿ ਇਹ ਘਰਾਂ ਦੇ ਵਿੱਚੋਂ ਤੇ ਜ਼ਿਆਦਾਤਰ ਸਾਊਥ ਏਸ਼ੀਅਨ ਪੰਜਾਬੀ ਪਰਿਵਾਰਾਂ ਦੇ ਬੱਚੇ, ਛੋਟੀ ਏਜ ਦੇ ਉਮਰ ਦੇ ਨਿਆਣੇ ਬੜੇ, ਅਤੇ ਇਹ ਗੈਂਗਸਟਰ ਬਣ ਗਏ, ਇਹ ਗਨਵਾਰ ਵਿੱਚ ਪੈ ਗਏ। ਇਹ ਹੋਇਆ ਕੀ ਹੈ? ਉਹ 'ਚ ਫਿਰ ਕੁਝ ਰਿਸਰਚਰਸ ਨੇ ਚੀਜ਼ਾਂ ਲਿਆਂਦੀਆਂ ਕਿ ਗੱਲ ਇਹ ਹੈ, ਘਰਾਂ ਦੇ ਜੋ ਗੱਲਬਾਤ ਦਾ ਤਰੀਕਾ ਆ, ਜੋ ਪ੍ਰੋਸੈਸ ਕਰਨ ਦਾ ਤਰੀਕਾ ਆ ਥਾਟਸ ਨੂੰ ਅਤੇ ਚੀਜ਼ਾਂ ਨੂੰ, ਉਹ ਬੜਾ ਰੌਂਗ ਹੋ ਚੁੱਕਾ ਹੈ। ਘਰ ਦੀ ਮਹਿਫਲ 'ਚ ਬੈਠਦੇ ਲੋਕੀ ਤੇ ਚਰਚਾ ਇਸ ਗੱਲ ਦੀ ਹੁੰਦੀ, ਲੈ ਬਾਈ ਫਲਾਣਾ ਕਮਾਲ ਹੀ ਹੋ ਗਈ ਬਾਈ, ਦੇਖੋ ਉਹਦੇ ਕੋਲ 4 ਗੱਡੀਆਂ ਤੇ ਲੈਂਬਰਗੀ ਤੋਂ ਘੱਟ ਕੋਈ ਗੱਡੀ ਨਹੀਂ ਹੈਗੀ, ਉਹਦੀਆਂ 2 ਮੈਨਸ਼ਨਸ ਤੇ ਫਲਾਣੀ ਇਸ ਰੂਪ ਦੇ। ਬੱਚਾ ਜਿਹੜਾ ਆ 15, 16, 13, 14 ਸਾਲ ਦੀ ਏਜ 'ਚੋਂ ਜਾ ਰਿਹਾ, ਉਹਨੂੰ ਲੱਗਦਾ ਹੈ ਵੀ ਲਾਈਫ ਸਟਾਈਲ ਤੇ ਐਸਾ ਹੀ ਹੋਣਾ ਚਾਹੀਦਾ, ਦੈਟਸ ਇਟ, ਕੂਲ, ਮਹਿੰਗੀ ਗੱਡੀ, ਮਹਿੰਗੇ ਸੂਟ, ਮਹਿੰਗੀਆਂ ਕਾਰਾਂ, ਸਭ। ਫਿਰ ਥੋੜ੍ਹੀ ਬਹੁਤੀ ਗੱਲ ਜਿਹੜੀ ਹੈ ਉਹ ਧੌਂਸ ਮਾਰਨ ਦੀ ਵੀ, ਮਤਲਬ ਇਹ ਵੀ ਇੱਕ ਹੈ ਹੈਂਕੜਬਾਜੀ, ਹਉਮੈ ਦੀ ਇੱਕ, ਜਿਹਨੂੰ ਕਹਿ ਲਓ ਕਿ ਡੈਮੋਸਟ੍ਰੇਸ਼ਨ, ਉਹਦੀ ਮੁਜ਼ਾਹਰੇਕਾਰੀ ਕਰਨੀ। ਇਹਦੇ ਵਿੱਚੋਂ ਹੀ ਚੀਜ਼ ਨਿਕਲੀ ਹੈ। ਜਦੋਂ ਇਹੋ ਜਿਹੀ ਸਿਫਤ ਸਾਡੇ ਮੂੰਹਾਂ 'ਚੋਂ ਨਿਕਲੇ, ਕੰਨਾਂ 'ਚ ਪਏਗੀ ਲਗਾਤਾਰ, ਮਨ ਕਹੇਗਾ ਇਸੇ ਪਾਸੇ ਜਾਣਾ ਹੈ। ਜਿੱਥੇ ਸਿਫਤ ਹੋਏ ਸੱਚ ਦੀ, ਜਿੱਥੇ ਸਿਫਤ ਹੋਏ ਇਮਾਨਦਾਰੀ ਦੀ, ਜਿੱਥੇ ਸਿਫਤ ਹੋਏ ਮਨੁੱਖੀ ਗੁਣਾਂ ਦੀ, ਤਾਲੀਮ ਦੀ, ਮਨੁੱਖੀ ਕੈਲੀਬਰ ਦੀ, ਅਲਟੀਮੇਟਲੀ ਕੀ ਹੋਏਗਾ? ਮਨੁੱਖ ਇਹਨਾਂ ਚੀਜ਼ਾਂ ਦਾ ਤਾਰ ਨਹੀਂ ਹੋਏਗਾ। ਮੇਰੇ ਕੋਲ ਇੱਕ ਬੱਚਾ ਇੱਕ ਵਾਰੀ ਆਇਆ, ਹੈ ਤਾਂ ਮੇਰਾ ਸਟੂਡੈਂਟ ਹੀ ਅਸਲ ਦੇ ਵਿੱਚ, ਐਂਡ ਹੀ ਫਿਨਿਸ਼ਡ ਹਿਜ਼ ਐਜੂਕੇਸ਼ਨ, ਹੀ ਗॉट ਹਿਜ਼ ਰੀਲੀ ਗੁੱਡ ਜੌਬ, ਐਂਡ ਆਪਾਂ ਬਾਈ ਚਾਂਸ ਗੱਲ ਕਰ ਰਹੇ ਹਾਂ ਹੁਣ ਵਿਆਹ ਬਾਰੇ, ਅਤੇ ਮੈਂ ਜੋ ਕਿ ਉਹਨੂੰ ਕਹਿ ਰਿਹਾ, ਮੈਂ ਕਹਿ ਰਿਹਾ ਵੀ ਓਕੇ ਭਾਈ ਤੂੰ ਮੈਨੂੰ ਨਾ ਆਪਣੀ ਜਿਹੜੀ ਆ ਡੇਟ ਵਗੈਰਾ ਵਿਆਹ ਦੀ ਦੱਸ ਦੇ, ਮੈਂ ਆਪਣੇ ਕੈਲੰਡਰ 'ਤੇ ਲਿਖ ਲਵਾਂ, ਐਸਾ ਨਾ ਹੋਏ ਤੂੰ ਮੈਨੂੰ ਡੇਟ ਦੱਸੇ, ਐਂਡ ਆਈ ਵੋਂਟ ਬੀ ਏਬਲ ਟੂ ਐਕਚੁਅਲੀ ਅਟੈਂਡ ਦੈਟ ਡੇ, ਐਂਡ ਆਈ ਡੋਂਟ ਵਾਂਟ ਟੂ ਮਿਸ ਯੂਰ ਮੈਰਿਜ, ਯੂ ਨੋ, ਆਈ ਰੀਅਲੀ ਵਾਂਟ ਟੂ ਅਟੈਂਡ ਯੂਰ ਮੈਰਿਜ। ਮੈਂ ਮਜ਼ਾਕ ਨਾਲ ਉਹਨੂੰ ਕਰ ਰਿਹਾ, ਅਤੇ ਉਹ ਮੈਨੂੰ ਕਹਿੰਦਾ ਅੰਕਲ, ਕਹਿੰਦਾ ਬਾਤ ਇਹ ਗੱਲ ਇਹ ਹੈ ਕਿ ਆਮ ਆਲਸੋ ਲੁਕਿੰਗ ਫॉर ਮਾਈ ਐਕਚੁਅਲੀ companionship or someone who can accompany me in my life. अच्छा, and फिर पॉइंट कितने डया भाई कोई मैं हेल्प कर सका? कहता है मैं बड़िया फैमिलीज़ नूं मिलिया, बड़े इंडिविजुअल्स नूं मिलिया, बट अनफॉर्चुनेटली जिन्नियां लोकां नूं मिलिया वां, they value only few things. What are those things? Money,
status, and some sort of casteism. Nothing else. मैं क्या, what are you looking for? And I'm looking for who have the value about education, who have the value about human virtues. मैं ਇਹੋ ਜਿਹਾ ਪਰਿਵਾਰ ਲੱਭ ਰਿਹਾ ਜਿਹੜਾ ਐਜੂਕੇਸ਼ਨ ਨੂੰ ਵੈਲਿਊ ਕਰੇ, ਮਨੁੱਖੀ ਕਦਰਾਂ ਕੀਮਤਾਂ ਨੂੰ ਵੈਲਿਊ ਕਰੇ। ਇਹ ਦੀਨ ਹੈ ਜੀ, ਇਹ ਧਰਮ ਹੈ। ਸਭ ਕਹਿੰਦੇ ਇਹੋ ਜੀ ਦੋਸਤੀ ਪਨਪੇਗੀ, ਇਹੋ ਜੀ ਦੋਸਤੀ ਫਾਇਦੇਮੰਦ ਹੋਏਗੀ। ਇਸ ਕਰਕੇ ਕਿਆ, ਜਿਨ੍ਹਾਂ ਲੋਕਾਂ ਨੇ ਇਹਦੀ ਸਾਰ ਨਾ ਜਾਣੀ, ਇਹਦੀ ਸਿਫਤ ਦੀ ਗੱਲ ਕੀਤੀ, ਸਿਫਤੀ ਸਾਰ ਨਾ ਜਾਣਨੀ, ਸਦਾ ਵਸੈ ਸ਼ੈਤਾਨ। ਫਿਰ ਭਾਈ ਉਹ ਭਗਵਾਨ ਦੇ ਆਖੇ ਨਹੀਂ ਲੱਗੇ, ਉਹ ਸ਼ੈਤਾਨ ਦੇ ਆਖੇ ਲੱਗੇ ਨੇ। ਤੇ ਜਿਨ੍ਹਾਂ ਨੂੰ ਸ਼ੈਤਾਨ ਉਂਗਲੀ ਲਾ ਕੇ ਲੈ ਜਾਏ ਨਾ, ਉਹਨਾਂ ਨੂੰ ਕੋਈ ਨਹੀਂ ਬਚਾ ਸਕਦਾ। ਭਗਤ ਫਰੀਦ ਜੀ ਨੇ ਬਚਨ ਕਿਹਾ, ਕਹਿਣ ਲੱਗੇ ਵੀ ਫਰੀਦਾ ਕੂ ਕਹਿੰਦਿਆਂ ਚਾਂ ਗੇਂਦਿਆਂ ਮੱਤੀ ਦਿੰਦਿਆਂ ਨਿਤ, ਜੋ ਸ਼ੈਤਾਨ ਵੰਜਾਇਆ ਸੇ ਕਿਤ ਫੇਰੈਂ ਚਿੱਤ। ਜਿਨ੍ਹਾਂ ਨੂੰ ਸ਼ੈਤਾਨ ਵੰਜਾ ਕੇ ਲੈ ਗਿਆ, ਜਿਹਨਾਂ ਨੂੰ ਸ਼ੈਤਾਨ ਜਿਹਨਾਂ ਦੇ ਕੰਨ 'ਚ ਫੂਕ ਮਾਰ ਦੇ, ਭਾਈ ਉਹਨਾਂ ਨੂੰ ਕੋਈ ਨਹੀਂ ਬਚਾ ਸਕਦਾ। ਇਹੀ ਸ਼ੈਤਾਨੀਅਤ ਹੈ। ਅਗਲਾ ਬਚਨ ਲਿਖਿਆ, ਗਦਹੋਂ ਚੰਦਨ ਖੌਲੀਐ ਪੀ ਸਾਹੂ ਸਿਉ ਪਾਣ। ਖੌਲੀਐ ਲਫ਼ਜ਼ ਇੱਥੋਂ ਸ਼ੁਰੂ ਕਰਦਾ ਮੈਂ। ਜ਼ਬਾਨ ਜਿਹੜੀ ਹੈਗੀ ਏ, ਇਹ ਸਮੇਂ ਦੇ ਨਾਲ ਤਬਦੀਲ ਹੁੰਦੀ ਹੈ, ਬਦਲਾਅ ਆਉਂਦਾ ਇਹਦੇ ਵਿੱਚ। ਅੱਜ ਜਿਹੜਾ ਖੌਲੀਏ ਲਫ਼ਜ਼ ਆ ਅਸੀਂ ਯੂਜ਼ ਕਰਦੇ ਹਾਂ ਪੰਜਾਬੀ ਦੇ ਵਿੱਚ, ਠੇਠ ਪੰਜਾਬੀ ਵਿੱਚ ਕਈ ਵਾਰੀ ਅਸੀਂ ਕਹਿ ਦਿੰਦੇ ਹਾਂ, ਮੇਰਾ ਤੇ ਭਾਈ ਖੂਨ ਖੌਲ ਗਿਆ, ਹੈ ਨਾ, ਖੌਲਣਾ ਇਸ ਰੂਪ ਦੇ ਵਿੱਚ। ਇੱਥੇ ਲਫ਼ਜ਼ ਉਹਦੇ 'ਚ ਨਹੀਂ ਆਇਆ। ਇਹ ਲਫ਼ਜ਼ ਆਇਆ ਹੈਗਾ ਗਦਹੋਂ ਚੰਦਨ ਖੌਲੀਏ। ਖੌਲੀਏ ਦਾ ਮਤਲਬ ਹੈਗਾ ਉਹਨੂੰ ਪੂਰੀ ਤਰ੍ਹਾਂ ਚੰਦਨ ਦੇ ਨਾਲ ਉਹਨੂੰ ਪੋਚਾ ਲਾ ਦੇਣਾ, ਉਸ ਨੂੰ ਲੇਪ ਲਾ ਦੇਣਾ। ਹੁਣ ਆਪ ਅਹਿਸਾਸ ਕਰੋ, ਬੀਇੰਗ ਏ ਹਿਊਮਨ, ਸਾਨੂੰ ਪਤਾ ਆ ਤੁਸੀਂ ਬੜੇ ਵਧੀਆ ਡਰੈਸਅਪ ਹੋਏ ਹੋਵੋ, ਕੱਪੜੇ ਵਗੈਰਾ ਪਾਏ ਹੋਣ, ਤੇ ਉਸ ਤੋਂ ਬਾਅਦ ਤੁਸੀਂ ਚਾਹੋਗੇ ਕਿ ਹੁਣ ਮੈਂ ਨਾ ਕੋਈ ਵੈਕਿਊਮ ਕਰਨ ਵਾਲਾ ਕੰਮ ਜਾਂ ਕੋਈ ਮੱਪ ਕਰਨ ਵਾਲਾ ਕੰਮ, ਐਵੇਂ ਦਾ ਕੰਮ ਨਾ ਕਰਾਂ। ਜੇ ਕਰਨਾ ਹੋਇਆ ਦੈਨ ਆਈ ਵਿਲ ਐਕਚੁਅਲੀ ਜਿਹੜਾ ਹੈਗਾ ਚੇਂਜ ਮਾਈ ਕਲੋਥਸ ਫਸਟ, ਬਿਕੋਜ਼ ਮੈਂ ਉਹ ਜਿਹੜੇ ਉਸ ਕਿਸਮ ਦੇ ਕੱਪੜੇ ਪਾ ਲਵਾਂ ਜਿਹੜਾ ਹੈਗਾ ਜਿਹੜੇ ਘਰਾਂ 'ਚ ਕੰਮ ਕਰਕੇ ਪਾਉਂਦੇ ਆ, ਕੰਮ ਕਰਨ ਵਾਸਤੇ ਪਾਉਂਦੇ ਆ, ਇਹ ਵਾਲੇ ਮੈਂ ਲਾ ਦਿੰਦਾ ਵਾਂ। ਕਿਉਂ? ਕਿਉਂਕਿ ਮੈਨੂੰ ਉਹਦੀ ਕੀਮਤ ਦਾ ਪਤਾ ਹੈ। ਹੁਣ ਗਧਾ ਆ, ਗਧੇ ਨੂੰ ਤੁਸੀਂ ਚੰਦਨ ਦਾ ਲੇਪ ਲਾ ਦਿਓ, ਚੰਦਨ ਦਾ ਲੇਪ ਤੇ ਖੁਸ਼ਬੂ ਛੱਡਦਾ ਆ, ਬੜਾ ਕਮਾਲ ਦਾ, ਠੰਡਕ ਦਿੰਦਾ ਆ। ਗਧੇ ਨੂੰ ਕੋਈ ਖੁਸ਼ੀ ਨਹੀਂ ਉਹਦੇ ਨਾਲ, ਤੇ ਇਕੱਲੀ ਖੁਸ਼ੀ ਨਹੀਂ ਕਿ ਉਹਦੇ ਨਾਲ, ਬਲਕਿ ਉਹਨੂੰ ਇਹ ਹੈ ਕਿ ਮੈਨੂੰ ਜਦੋਂ ਛੱਡੇ ਮੇਰਾ ਮਾਲਕ, ਤੇ ਮੈਂ ਜਾ ਕੇ ਜਿੱਥੇ ਬਹੁਤ ਸਾਰੀ ਧੂੜ ਉੱਡ ਰਹੀ ਹੈ, ਡਸਟ ਆ, ਉਸ ਡਸਟ ਦੇ ਵਿੱਚ ਜਾ ਕੇ ਮੈਂ ਜਾ ਕੇ ਆਪਣੇ ਆਪ ਨੂੰ ਜਿਹੜਾ ਹੈਗਾ ਉਹਦੇ ਵਿੱਚ ਜਾ ਕੇ ਨਹਾਵਾਂ। ਗੁਰੂ ਨਾਨਕ ਸਾਹਿਬ ਕਹਿੰਦੇ ਗਦਹੋਂ ਚੰਦਨ ਖੌਲੀਐ ਭੀ ਸਾਹੂ ਸਿਉ ਪਾਣ। ਫਿਰ ਜਾ ਕੇ ਉਹ ਧੂੜ ਦੇ ਵਿੱਚ ਖੌਰੂ ਪੱਟੇਗਾ, ਫਿਰ ਉਹ ਜਿਹੀ ਹਾਲਤ ਬਣੇਗੀ। ਹੁਣ ਇਹ ਮਿਸਾਲ ਜਿਹੜੀ ਦਿੱਤੀ ਗਈ ਹੈ ਸਾਡੇ ਪੰਜਾਬੀ ਸਮਾਜ ਦੇ ਬੜੀ ਚੁੱਕ ਟੁਕਦੀ ਹੈ, ਮਾਫੀ ਚਾਹਾਂਗਾ। ਜਿਨ੍ਹਾਂ ਦੀ ਹੈਰੀਟੇਜ ਗੁਰਬਾਣੀ ਦੀ ਹੋਏ, ਜਿਨ੍ਹਾਂ ਨੂੰ ਇਹੋ ਜਿਹੀ ਰਚਨਾ ਕੀਰਤਨ ਕਰਨ ਲਈ ਮਿਲੀ ਹੋਏ, ਸਿੱਖਿਆ ਰੂਪ ਇਸ ਕਿਸਮ ਦਾ ਦਿੱਤਾ ਹੋਏ, ਉਹਨਾਂ ਸਮਾਜਾਂ ਦੇ ਵਿੱਚ ਅਸੀਂ ਗੈਂਗਵਾਰ ਬਾਰੇ ਸੁਣੀਏ, ਉਹਨਾਂ ਸਮਾਜ ਅਸੀਂ ਡਰੱਗ ਵਾਰ ਬਾਰੇ ਸੁਣੀਏ, ਉਹਨਾਂ ਸਮਾਜਾਂ ਦੇ ਵਿੱਚ ਅਸੀਂ ਇਹੋ ਜਿਹਾ ਖੌਰੂ ਪਾਉਣ ਵਾਲਾ ਸਾਰਾ ਅੰਜਾਮ ਸੁਣੀਏ ਵੀ ਪੰਜਾਬੀਆਂ ਬਾਰੇ ਇਹ ਕਿਹਾ ਜਾਂਦਾ ਹੋਏ। ਰੀਸੈਂਟਲੀ ਮੈਂ ਜਦੋਂ ਕਿਰਸਾਨੀ ਦਾ ਉਹ ਸੰਘਰਸ਼ ਬਾਰੇ ਮੋਰਚਾ ਲੱਗਾ ਸੀ ਸਾਰਾ, ਤੇ ਲੋਕੀ ਕਹਿੰਦੇ ਲੈ ਉਹ ਪੰਜਾਬੀਆਂ ਦਾ ਤਾਂ ਐਸਾ ਆ, ਇਹ ਤੇ ਵਿਆਹ 'ਚ ਲੜ ਪੈਂਦੇ ਨੇ। ਇਹ ਕੋਈ ਕੁਆਲਿਟੀ ਨਹੀਂ ਹੈ, ਇਹ ਕੋਈ ਬਹੁਤ ਖੂਬੀ ਵਾਲੀ ਗੱਲ ਨਹੀਂ ਹੈ। ਇਹਦਾ ਮਤਲਬ ਇਹ ਹੈ ਕਿ ਦੇ ਹੈਵ ਸਮ ਸੋਰਟ ਆਫ ਇਸ਼ੂਜ਼ ਵਿਚ ਦੇ ਹੈਵ ਟੂ ਐਡਰੈਸ। ਭਾਵ ਚੰਦਨ ਦਾ ਲੇਪ ਵੀ ਲਾ ਦਿੱਤਾ, ਪਰ ਫਿਰ ਜਾ ਕੇ ਮਿੱਟੀ ਦੇ ਵਿੱਚ ਹੀ ਖੌਰੂ ਪਾਉਣਾ ਆ। ਇਤਨੀ ਅਧਿਆਤਮਕ ਰਚਨਾ ਦੇ ਦਿੱਤੀ ਗਈ, ਐਸਾ ਜੀਵਨ ਦੇ ਦਿੱਤਾ ਗਿਆ ਸੀ, ਗੁਰਬਾਣੀ ਦੀ ਸਿੱਖਿਆ ਦੇ ਦਿੱਤੀ ਗਈ। ਗੁਰੂ ਨਾਨਕ ਸਾਹਿਬ ਕਹਿੰਦੇ ਗਦਹੋ ਚੰਦਨ ਖੌਲੀਐ ਪੀ ਸਾਹੂ ਸਿਉ ਪਾਣ। ਫਿਰ ਕਿਆ, ਨਾਨਕ ਕੂੜੈ ਕੂੜਿਐ, ਨਾਨਕ ਕੂੜੈ ਕੱਤਿਐ, ਕੂੜਾ ਤਣੀਐ ਤਾਣ। ਭਾਈ ਜਿਹੜੀ ਚੀਜ਼ ਦਾ ਤੁਸੀਂ ਕਤਨ ਕਰੋਗੇ, ਜਿਹਦਾ ਤੁਸੀਂ ਤਾਣਾ ਪੇਟਾ ਪਾਓਗੇ, ਪੁਰਾਣੇ ਸਮੇਂ ਲੋਕ ਕੱਪੜੇ ਘਰਾਂ 'ਚ ਆਪ ਹੀ ਬਣਾ ਕੇ ਪਾਉਂਦੇ ਸੀ, ਖੱਦਰ ਵਗੈਰਾ ਦੇ, ਤੇ ਮਹਾਰਾਜ ਕਹਿੰਦੇ ਉਹੀ ਪਾਉਣ ਨੂੰ ਮਿਲੇਗਾ। ਜੇ ਸੁਬਾਹ ਤੋਂ ਸ਼ਾਮ ਤੱਕ ਸਾਡੀ ਟਾਕ ਹੀ ਬੈਡ ਆ, ਸਾਡਾ ਬੋਲਣਾ ਚੱਲਣਾ ਸੁਣਨਾ ਸਭ ਮਾਇਆ ਨਾਲ, ਕੂੜ ਨਾਲ, ਕੁਚੱਜ ਨਾਲ, ਨਿੰਦਿਆ ਨਾਲ, ਈਰਖਾ ਨਾਲ, ਦੁਆਖ ਨਾਲ ਭਰਿਆ ਹੋਇਆ, ਜੀਵਨ ਕੈਸਾ ਹੋਏਗਾ? ਸਿਮਰਨ ਇਹੀ ਹੈ। ਇੱਥੋਂ ਹੀ ਤਬਦੀਲੀ ਆਉਣੀ ਹੈ ਸਾਡੇ ਜੀਵਨ ਦੇ ਵਿੱਚ। ਇੱਥੇ ਸਾਹਿਬ ਨੇ ਕਿਹਾ
नानक कूड़ा कत्तियां कूड़ा कूड़ा तणियां ताण कूड़ा कपड़ कच्छी है कूड़ा पहनन मान। फिर कूड़ा कपड़ कच्छी है पंजाबी का लफज है, असी बहुत अजकल यूज़ नहीं करते। इसका मतलब हुंदा है मैजर करना, मिणना किसी चीज़ नूं। जिस चीज़ नूं मिणोगे, कट्टोगे, सीओगे, उही पाओगे। आप जिहड़ी कमर्शियल टेलरिंग वगैरह हैगी है, ये तो रीसेंटली सारा ट्रेंड है, ईवन इन्हां मुल्कां तो भी खत्म हो गई। मतलब सिले सलाते कपड़े आउंदे ने, साइज़ दिते ने, उत्थे तुसीं खरीदते हो, पांदे हो। इत्थे नैक्सट जनरेशन तो शायद भी पता ना रहे कि कपड़िਆਂ की स्टिचिंग भी करानी पैंदी है। ये स्पैशल तौर पर उन्होंने लगता भी इस तरह एज इट इज़ ही आउंदे आ। पर यह पुराने समय लोग आप मिणदे सी, आप कटदे सी, आप सिउंदे सीगे। गुरु बाबा जी ने उहदी मिसाल दित्ती ते क्या भाई जे साडे आइडियल्स चोर यार कुड़ियार रंडियां इहो जिहा एलीट सानू अपील कर रहा है तो फिर भाई जीवन बहुता चंगा नहीं होएगा। जे साडे जीवन दे विच गुणां दी कदर है, शोभनिकता दी कदर है, धर्म दी कदर है, दीन दी कदर है, फिर जीवन साडा वो वधिया हो सकता है। इस करके बाबा नानक जी कहंदे कि कूड़ा कपड़ कच्छी है कूड़ा पहनन मान। अगले एक श्लोक ते पौड़ी है जिहदे विच फरदर एक्सटेंशन है इन्हां बचनां दी, जिहदी विवेचना आउंदे समय च करांगे। अज वास्ते समा समाप्त है, भुलां गलतियां ना चतारनियां। वीर जी आ गए ने, अगला दीवान तुहाडे नाल साझा करनगे। किसानी संघर्ष नाल जूझ रहे माई भाई की सफलता होए, चढ़ती कला होए, इहदी अरदास नाल समाप्ति कर रहा हाँ। वाहिगुरू जी का खालसा, वाहिगुरू जी की फतेह।